ਉਹਨਾਂ ਦਾ ਵੀ ਪੇਪਰ ਕਲੀਅਰ ਕਰਾਣਾ ਹੈ। ਤੁਸੀਂ ਸਰਕਾਰੀ ਟੀਚਰ ਨਹੀਂ ਲੱਗਣਾ, ਆਪਣੇ ਫਰੈਂਡਸ ਨੂੰ ਵੀ ਨਾਲ ਸਰਕਾਰੀ ਟੀਚਰ ਕਰਵਾਉਣਾ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਪਾਰਟ 2 ਆਫ ਲੈਕਚਰ ਕੈਟਲ ਬਾਇਓਲੋਜੀ। ਸੋ ਅੱਜ ਦਾ ਜੋ ਟੌਪਿਕ ਹੈ ਉਹ ਹੈ ਮੋਨਰਾ, ਪ੍ਰੋਟਿਸਟਾ ਐਂਡ ਫੰਜਾਈ। ਸੋ ਆਪਾਂ ਐਮਸੀਕਿਊਜ਼ ਦੀ ਸੀਰੀਜ਼ ਸਟਾਰਟ ਕੀਤੀ ਹੈ, ਜਿਹਦੇ ਵਿੱਚ ਆਪਾਂ ਟੌਪਿਕ ਵਾਈਜ਼ ਐਮਸੀਕਿਊਜ਼ ਕਰ ਰਹੇ ਹਾਂ। ਸੋ ਪਿਛਲੀ ਵੀਡੀਓ ਵਿੱਚ ਅਸੀਂ ਕੀਤਾ ਸੀ ਸਿਸਟਮੈਟਿਕਸ ਐਂਡ ਟੈਕਸੋਨੋਮੀ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਵੀ ਜਾ ਕੇ ਜ਼ਰੂਰ ਦੇਖੋ, ਉਹਦੇ ਵਿੱਚ ਵੀ ਬਹੁਤ ਇੰਪੋਰਟੈਂਟ ਐਮਸੀਕਿਊਜ਼ ਕਵਰ ਹੋਏ ਆ। ਸੋ ਆਓ ਆਪਾਂ ਅੱਜ ਦਾ ਫਸਟ ਕੁਐਸਚਨ ਸਟਾਰਟ ਕਰਦੇ ਹਾਂ। ਹਾਂਜੀ, ਸੋ ਪੈਪਟੀਡੋਗਲਾਈਕਨ ਇਜ਼ ਅ ਕਰੈਕਟਰਿਸਟਿਕ ਕੰਪੋਨੈਂਟ ਆਫ। ਜੋ ਪੈਪਟੀਡੋਗਲਾਈਕਨ ਹੁੰਦਾ ਹੈ ਉਹ ਕਿਹਦੀ ਕਰੈਕਟਰਿਸਟਿਕ ਕੰਪੋਨੈਂਟ ਹੈ? ਫੰਜਾਈ ਦਾ, ਪਲਾਂਟਸ, ਬੈਕਟੀਰੀਆ ਜਾਂ ਪ੍ਰੋਟਿਸਟ? ਹਾਂਜੀ ਦੱਸੋ ਕੀ ਆਏਗਾ। ਸੋ ਕਰੈਕਟ ਆਂਸਰ ਇਜ਼ ਆਪਸ਼ਨ ਸੀ, ਬੈਕਟੀਰੀਆ। ਬਿਕੋਜ਼ ਬੈਕਟੀਰੀਆ ਦੀ ਜੋ ਸੈੱਲ ਵਾਲ ਹੁੰਦੀ ਹੈ, ਆਊਟਰਮੋਸਟ ਸੈੱਲ ਵਾਲ, ਉਹ ਕਾਹਦੀ ਬਣੀ ਹੁੰਦੀ ਹੈ? ਪੈਪਟੀਡੋਗਲਾਈਕਨ। ਐਂਡ ਪੈਪਟੀਡੋਗਲਾਈਕਨ ਦਾ ਦੂਸਰਾ ਨੇਮ ਵੀ ਤੁਸੀਂ ਯਾਦ ਰੱਖਣਾ, ਉਹ ਹੈ ਮਿਊਰੀਨ, ਰਾਈਟ, ਮਿਊਰੀਨ। ਐਂਡ ਦੈਨ ਫੰਜਾਈ ਦੀ ਸੈੱਲ ਵਾਲ ਕਿਹਦੀ ਬਣੀ ਹੁੰਦੀ ਹੈ? ਇਹ ਬਣੀ ਹੁੰਦੀ ਹੈ ਕਾਈਟਿਨ, ਕਾਈਟਿਨ, ਓਕੇ। ਐਂਡ ਪਲਾਂਟਸ ਦੀ ਸੈੱਲ ਵਾਲ ਸੈਲੂਲੋਸ। ਐਂਡ ਜੋ ਪ੍ਰੋਟਿਸਟ ਹੈ ਉਹਦੀ ਸੈੱਲ ਵਾਲ ਬਣੀ ਹੁੰਦੀ ਹੈ ਸੈਲੂਲੋਸ ਦੀ ਵੀ ਹੋ ਸਕਦੀ ਹੈ, ਉਸ ਤੋਂ ਇਲਾਵਾ ਪੈਲੀਕਲ ਦੀ ਹੋ ਸਕਦੀ ਹੈ, ਪੈਲੀਕਲ। ਐਂਡ ਇੱਕ ਹੁੰਦਾ ਸਿਲਿਕਾ। ਸੋ ਕਿਸੇ ਵੀ ਮਟੀਰੀਅਲ ਦੀ ਇਹਨਾਂ ਦੀ ਜੋ ਹੈ ਸੈੱਲ ਵਾਲ ਹੋ ਸਕਦੀ ਹੈ। ਸੋ ਤੁਹਾਨੂੰ ਕੋਈ ਵੀ ਕੁਐਸਚਨ ਆ ਸਕਦਾ, ਆਪਾਂ ਯਾਦ ਰੱਖਣਾ। ਨੈਕਸਟ ਇਜ਼ which of the following bacteria can fix atmospheric nitrogen? ਇਹ ਤਾਂ ਬਹੁਤ ਸੌਖਾ ਕੁਐਸਚਨ ਆ ਗਿਆ ਸਟਾਰਟਿੰਗ 'ਚ ਹੀ। ਸੋ ਦੱਸੋ ਆਨਸਰ ਕੀ ਆਏਗਾ ਇਹਦਾ? ਲੈਕਟੋਬੈਸਿਲਸ, ਰਾਈਜ਼ੋਬੀਅਮ, ਵਿਬਰੀਓ ਜਾਂ ਬੈਸਿਲਸ ਸਬਟਾਈਲਿਸ? ਸੋ ਕਰੈਕਟ ਆਨਸਰ ਇਜ਼ ਆਪਸ਼ਨ ਬੀ, ਰਾਈਜ਼ੋਬੀਅਮ, ਜੋ ਕਿ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੈ। ਤੇ ਲੈਕਟੋਬੈਸਿਲਸ ਕਿੱਥੇ ਯੂਜ਼ ਹੁੰਦਾ? ਇਹ ਕਰਡ ਦੇ ਵਿੱਚ ਹੈ ਨਾ। ਸੋ ਕਰਡ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਲੈਕਟੋਬੈਸਿਲਸ ਬੈਕਟੀਰੀਆ। ਉਸ ਤੋਂ ਬਾਅਦ ਆ ਗਿਆ ਵਿਬਰੀਓ। ਵਿਬਰੀਓ ਦੀ ਕਰੈਕਟਰਿਸਟਿਕ ਕੀ ਹੈ? ਇਹਦੀ ਸ਼ੇਪ ਕੀ ਹੈ? ਇਹਦੀ ਜੋ ਸ਼ੇਪ ਹੁੰਦੀ ਹੈ ਉਹ ਹੁੰਦੀ ਕੌਮਾ ਸ਼ੇਪ। ਸੋ ਜਿਵੇਂ ਕੌਮਾ ਨਹੀਂ ਹੁੰਦਾ, ਉੱਦਾਂ ਦੀ ਇਹਦੀ ਸ਼ੇਪ ਹੁੰਦੀ ਹੈ। ਦੈਨ ਬੈਸਿਲਸ ਸਬਟਾਈਲਿਸ, ਇਹ ਵੀ ਜੋ ਬੈਸਿਲਸ ਹੈ ਤਾਂ ਬੈਸਿਲਸ ਦੀ ਜੋ ਸ਼ੇਪ ਹੁੰਦੀ ਹੈ ਉਹ ਹੁੰਦੀ ਹੈ ਰੋਡ ਸ਼ੇਪ ਬੈਕਟੀਰੀਆ, ਰਾਈਟ। ਸੋ ਇੱਕ ਹੁੰਦੀ ਹੈ ਸਪਾਇਰਲ ਸ਼ੇਪ ਬੈਕਟੀਰੀਆ, ਜਿਹਨੂੰ ਆਪਾਂ ਕੀ ਬੋਲਦੇ ਹਾਂ? ਸਪਾਇਰਲਮ। ਨੈਕਸਟ ਇਜ਼ ਮਾਈਕੋਪਲਾਜ਼ਮਾ ਡਿਫਰਸ ਫਰੋਮ ਟਰੂ ਬੈਕਟੀਰੀਆ ਬਿਕੋਜ਼ ਇਟ has no DNA, has no cell wall, has no ribosome ਜਾਂ ਫਿਰ is multicellular। ਸੋ ਜੋ ਮਾਈਕੋਪਲਾਜ਼ਮਾ ਹੈ, ਬਾਕੀ ਬੈਕਟੀਰੀਆ ਜੋ ਟਰੂ ਬੈਕਟੀਰੀਆ ਜਿਨ੍ਹਾਂ ਨੂੰ ਆਪਾਂ ਯੂ ਬੈਕਟੀਰੀਆ ਵੀ ਬੋਲਦੇ ਹਾਂ, ਯੂ ਬੈਕਟੀਰੀਆ, ਇਹ ਇਹਨਾਂ ਤੋਂ ਕਿਵੇਂ ਡਿਫਰੈਂਟ ਹੈ? ਇਹਦਾ ਆਨਸਰ ਆਏਗਾ ਆਪਸ਼ਨ ਬੀ, ਹੈਜ਼ ਨੋ ਸੈੱਲ ਵਾਲ। ਸੋ ਬਾਕੀ ਬੈਕਟੀਰੀਆਜ਼ ਦੀ ਯੂਜੂਅਲੀ ਸੈੱਲ ਵਾਲ ਹੁੰਦੀ ਹੈ, ਬਟ ਮਾਈਕੋਪਲਾਜ਼ਮਾ ਇੱਕ ਐਕਸੈਪਸ਼ਨ ਹੈ, ਇਹਦੀ ਕੋਈ ਸੈੱਲ ਵਾਲ ਨਹੀਂ ਹੁੰਦੀ। ਐਂਡ ਇਹਦਾ ਇੱਕ ਹੋਰ ਫੀਚਰ ਹੈ ਮਾਈਕੋਪਲਾਜ਼ਮਾ ਦਾ ਕਿ ਇਹ ਵਿਦਾਊਟ ਆਕਸੀਜਨ ਵੀ ਸਰਵਾਈਵ ਕਰ ਸਕਦਾ ਹੈ। ਵਿਦਾਊਟ ਆਕਸੀਜਨ ਇਹ ਸਰਵਾਈਵ ਕਰ ਸਕਦਾ, ਠੀਕ ਹੈ। ਫੋਰਥ ਕੁਐਸਚਨ ਇਜ਼ ਸਲਾਈਮ ਮੋਲਡਸ ਆਰ ਇਨਕਲੂਡਡ ਇਨ। ਜਿਹੜੇ ਸਲਾਈਮ ਮੋਲਡਸ ਹੁੰਦੇ ਉਹ ਇਹਨਾਂ ਚਾਰਾਂ ਚੋਂ ਕਿਹੜੀ ਕੈਟੇਗਰੀ 'ਚ ਆਉਂਦੇ ਆ? ਮੋਨਰਾ, ਪ੍ਰੋਟਿਸਟਾ, ਫੰਜਾਈ ਜਾਂ ਪਲਾਂਟੀ? ਹਾਂਜੀ, ਇਹ ਆਨਸਰ ਦੱਸਣ ਤੋਂ ਪਹਿਲਾਂ ਤੁਸੀਂ ਆਪਣਾ ਫਲੋ ਚਾਰਟ ਦੇਖੋ। ਇਹ ਨਾ ਕਲਾਸੀਫਿਕੇਸ਼ਨ ਹੈ 3 ਕਿੰਗਡਮਸ ਦੀ, ਮੋਨਰਾ, ਪ੍ਰੋਟਿਸਟਾ ਐਂਡ ਫੰਜਾਈ। ਇਹ ਫਸਟ 3 ਕਿੰਗਡਮਸ ਆ। ਤਾਂ ਜੋ ਮੋਨਰਾ ਹੈ ਉਹਦੇ ਵਿੱਚ ਆਉਂਦੇ ਨੇ ਆਰਕੀ ਬੈਕਟੀਰੀਆ। ਆਰਕੀ ਬੈਕਟੀਰੀਆ ਵਿੱਚ ਆਉਂਦੇ ਆ ਉਹ ਵਾਲੇ ਬੈਕਟੀਰੀਆਜ਼ ਜਿਹੜੇ ਹਾਰਸ਼ ਹੈਬੀਟੈਟ 'ਚ ਸਰਵਾਈਵ ਕਰ ਸਕਦੇ ਆ। ਹਾਰਸ਼ ਹੈਬੀਟੈਟ ਮਤਲਬ ਐਕਸਟ੍ਰੀਮ ਕੰਡੀਸ਼ਨਸ ਹੁੰਦੀਆਂ, ਮਤਲਬ ਕਿ ਬਹੁਤ ਜ਼ਿਆਦਾ ਠੰਡ ਜਾਂ ਬਹੁਤ ਜ਼ਿਆਦਾ ਗਰਮੀ, ਜਿੱਥੇ ਵੈਰੀ ਹਾਈ ਜਾਂ ਵੈਰੀ ਲੋ ਟੈਂਪਰੇਚਰ ਹੈ ਨਾ, ਐਕਸਟ੍ਰੀਮ ਕੰਡੀਸ਼ਨਸ ਹੈ, ਉੱਥੇ ਜਿਹੜੇ ਬੈਕਟੀਰੀਆ ਸਰਵਾਈਵ ਕਰ ਸਕਦੇ ਆ ਉਹ ਹੁੰਦੇ ਆਰਕੀ ਬੈਕਟੀਰੀਆ। ਫਿਰ ਯੂ ਬੈਕਟੀਰੀਆ, ਇਹਦੇ ਵਿੱਚ ਆਉਂਦੇ ਟਰੂ ਬੈਕਟੀਰੀਆ, ਜਿਹੜੇ ਟਰੂ ਬੈਕਟੀਰੀਆ। ਐਂਡ ਉਸ ਤੋਂ ਇਲਾਵਾ ਸਾਈਨੋ ਬੈਕਟੀਰੀਆ, ਬਲੂ ਗ੍ਰੀਨ ਐਲਗੀ। ਤਾਂ ਕਨਫਿਊਜ਼ ਨਹੀਂ ਹੋਣਾ, ਇਹਦੇ ਵਿੱਚ ਐਲਗੀ ਵਰਡ ਆ ਰਿਹਾ, ਬਲੂ ਗ੍ਰੀਨ ਐਲਗੀ, ਬਟ ਐਕਚੁਅਲ ਦੇ ਵਿੱਚ ਇਹ ਇੱਕ ਬੈਕਟੀਰੀਆ ਹੈ ਜੋ ਕਿ ਮੋਨਰਾ ਦੇ ਅੰਡਰ ਆਉਂਦਾ। ਦੈਨ ਪ੍ਰੋਟਿਸਟਾ, ਓਕੇ, ਸੈਕਿੰਡ ਕਿੰਗਡਮ। ਇਹਦੇ ਵਿੱਚ ਆਉਂਦੇ ਨੇ ਕ੍ਰਾਈਸੋਫਾਈਟਸ, ਡਾਇਆਟੋਮਸ ਹੁੰਦੇ ਆ ਇਹਦੇ ਬੇਸ 'ਤੇ ਅੱਗੇ ਕੁਐਸਚਨ ਆਏਗਾ, ਯਾਦ ਰੱਖਿਓ, ਡਾਇਆਟੋਮਸ, ਠੀਕ ਹੈ। ਦੈਨ ਡਾਇਨੋਫਲੈਜਲੇਟਸ, ਡਾਈ ਮੀਨਸ ਹੁੰਦਾ 2, ਜਿਨ੍ਹਾਂ 'ਤੇ 2 ਫਲੈਜਲਾ ਹੁੰਦੇ ਆ ਉਹ ਹੁੰਦੇ ਡਾਇਨੋਫਲੈਜਲੇਟਸ। ਦੈਨ ਯੂਗਲੀਨੋਇਡਸ ਆ ਗਿਆ, ਯੂਗਲੀਨੋਇਡਸ 'ਤੇ ਵੀ ਕੁਐਸਚਨ ਆਏਗਾ ਅੱਗੇ, ਆਪਾਂ ਦੇਖਾਂਗੇ। ਦੈਨ ਸਲਾਈਮ ਮੋਲਡਸ, ਹਾਂਜੀ ਸਲਾਈਮ ਮੋਲਡਸ ਹੁਣੇ ਪੜ੍ਹਿਆ ਸੀ ਨਾ ਆਪਾਂ, ਤਾਂ ਹੁਣੇ ਆਪਾਂ ਇਹਦਾ ਆਨਸਰ ਦੇਵਾਂਗੇ। ਫੰਜਾਈ ਦੀ ਕਲਾਸੀਫਿਕੇਸ਼ਨ ਦੇਖਦੇ ਹਾਂ ਆਪਾਂ। ਫਾਈਕੋਮਾਈਸਟਿਸ, ਲੋਅਰ ਫੰਜਾਈ, ਓਕੇ, ਐਸਕੋਮਾਈਸਟਿਸ ਹੋ ਗਿਆ, ਦੈਨ ਸੈਕ ਫੰਜਾਈ, ਬੈਸੀਡੀਓਮਾਈਸਟਿਸ, ਕਲੱਬ ਫੰਜਾਈ ਐਂਡ ਡਿਊਟੀਰੋਮਾਈਸਟਿਸ, ਫੰਜਾਈ ਇੰਪਰਫੈਕਟਾਈ। ਸੋ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਹੈ, ਇਹਦੇ 'ਤੇ ਆ ਸਕਦਾ ਕਿ ਆਪਾਂ ਡਿਊਟੀਰੋਮਾਈਸਟਿਸ ਨੂੰ ਫੰਜਾਈ ਇੰਪਰਫੈਕਟਾਈ ਕਿਉਂ ਕਹਿੰਦੇ ਆ?
ਬਿਕੋਜ਼ ਜੋ ਬਾਕੀ ਕੈਟਾਗਰੀਜ਼ ਹੈ ਫੰਜਾਈ ਦੀਆਂ ਉਹ ਏਸੈਕਸ਼ੁਅਲੀ ਤੇ ਸੈਕਸ਼ੁਅਲੀ ਦੋਨੋਂ ਮੋਡਸ ਨਾਲ ਰਿਪਰੋਡਿਊਸ ਕਰ ਸਕਦੀ ਹੈ, ਬਟ ਜਿਹੜੀ ਡਿਊਟੀਰੋਮਾਈਸਟਿਸ ਹੈ ਉਹਦੇ ਵਿੱਚ ਸਿਰਫ ਏਸੈਕਸ਼ੁਅਲ ਰਿਪਰੋਡਕਸ਼ਨ ਹੁੰਦੀ ਹੈ, ਕਦੇ ਵੀ ਸੈਕਸ਼ੁਅਲ ਰਿਪਰੋਡਕਸ਼ਨ ਨਹੀਂ ਦੇਖੀ ਗਈ ਇਸ ਫੰਜਾਈ ਦੇ ਵਿੱਚ। ਓਕੇ, ਸੋ ਡਿਊਟੀਰੋਮਾਈਸਟਿਸ ਨੂੰ ਆਪਾਂ ਕੀ ਕਹਿੰਦੇ ਆ, ਫੰਜਾਈ ਇੰਪਰਫੈਕਟਾਈ। ਚਲੋ ਆਪਾਂ ਹੁਣ ਇਹਦਾ ਆਨਸਰ ਦਿੰਦੇ ਹਾਂ। ਹਾਂਜੀ, ਸਲਾਈਮ ਮੋਲਡਸ ਆਰ ਇਨਕਲੂਡਡ ਇਨ, ਸੋ ਕੀ ਆਏਗਾ, ਆਪਸ਼ਨ ਬੀ ਪ੍ਰੋਟਿਸਟਾ। ਹੁਣੇ ਆਪਾਂ ਪੜ੍ਹਿਆ ਸਲਾਈਮ ਮੋਲਡਸ ਪ੍ਰੋਟਿਸਟਾ ਦੀ ਕੈਟਾਗਰੀ 'ਚ ਆਉਂਦੇ ਆ। ਸੋ ਪ੍ਰੋਟਿਸਟਾ ਦੇ ਵਿੱਚ ਨਾ ਇੱਕ ਤੁਸੀਂ 5th ਨੰਬਰ ਹੋਰ ਲਿਖਣਾ ਹੈ ਜੋ ਕਿ ਹੈ ਪ੍ਰੋਟੋਜ਼ੋਆ। ਓਕੇ, ਪ੍ਰੋਟੋਜ਼ੋਆ 'ਚ ਕੌਣ ਕੌਣ ਆਉਂਦਾ, ਜਿਵੇਂ ਕਿ ਅਮੀਬਾ, ਪੈਰਾਮੀਸ਼ੀਅਮ, ਟ੍ਰੈਪੈਨੋਜ਼ੋਮਾ, ਇਹ ਸਾਰੇ ਪ੍ਰੋਟਿਸਟਾ 'ਚ ਆਉਂਦੇ ਆ। ਨੈਕਸਟ, ਡਾਇਟੋਮੇਸ਼ੀਅਸ ਅਰਥ ਇਜ਼ ਫਾਰਮਡ ਬਾਈ ਡਿਪੋਜ਼ਿਟਸ ਆਫ ਤਾਂ ਡਾਇਆਟੋਮਸ। ਹੁਣੇ ਪੜ੍ਹਿਆ ਨਾ ਡਾਇਟੋਮੇਸ਼ੀਅਸ ਅਰਥ, ਤਾਂ ਇਹਦਾ ਆਪਸ਼ਨ ਤਾਂ ਆਏਗਾ ਸੀ ਡਾਇਆਟੋਮਸ, ਰਾਈਟ। ਬਟ ਇਹ ਹੁੰਦਾ ਕੀ ਹੈ ਡਾਇਟੋਮੇਸ਼ੀਅਸ ਅਰਥ, ਇਹ ਜੋ ਪਿਕਚਰ ਹੈ ਉਹ ਇੱਕ ਡਾਇਆਟੋਮ ਦੀ ਪਿਕਚਰ ਹੈ। ਤਾਂ ਇਹਦੀ ਜੋ ਸੈੱਲ ਵਾਲ ਹੁੰਦੀ ਹੈ ਨਾ, ਠੀਕ ਹੈ, ਜੋ ਇਹਦੀ ਸੈੱਲ ਵਾਲ ਹੁੰਦੀ ਹੈ ਉਹ ਸਿਲਿਕਾ ਦੀ ਬਣੀ ਹੁੰਦੀ ਹੈ, ਸਿਲਿਕਾ। ਤਾਂ ਸਿਲਿਕਾ ਇੱਕ ਹਾਰਡ ਮਟੀਰੀਅਲ ਹੈ। ਮਤਲਬ ਇੱਦਾਂ ਹੁੰਦਾ ਹੈ ਕਿ ਮਿਲੀਅਨਸ ਆਫ ਈਅਰਸ ਤੋਂ ਬਾਅਦ ਜਦੋਂ ਇਹਨਾਂ ਦੀਆਂ ਡੈਡ ਬੋਡੀਜ਼ ਸਮੁੰਦਰ ਦੇ ਨੀਚੇ ਐਕਿਊਮੂਲੇਟ ਹੋ ਜਾਂਦੀਆਂ, ਤਾਂ ਬਿਕੋਜ਼ ਜੋ ਇਹਨਾਂ ਦੀ ਸੈੱਲ ਵਾਲ ਉਹ ਸਿਲਿਕਾ ਦੀ ਹੈ ਤਾਂ ਉਹ ਤਾਂ ਡੀਕੰਪੋਜ਼ ਹੁੰਦਾ ਨਹੀਂ। ਸੋ ਮਿਲੀਅਨਸ ਆਫ ਈਅਰਸ ਬਾਅਦ ਕੀ ਹੁੰਦਾ ਹੈ ਕਿ ਇਹਨਾਂ ਦੀਆਂ ਜੋ ਸੈੱਲ ਵਾਲਸ ਹੈ ਉਹ ਨੀਚੇ ਡਿਪੋਜ਼ਿਟ ਹੋ ਕੇ ਇੱਕ ਵਾਈਟ ਪਾਊਡਰ ਦੀ ਤਰ੍ਹਾਂ ਇੱਕ ਸਟਰਕਚਰ ਬਣਾ ਲੈਂਦੀਆਂ, ਪੂਰੀ ਅਰਥ ਬਣ ਜਾਂਦੀ ਹੈ ਸਮੁੰਦਰ ਦੇ ਥੱਲੇ ਇਹਨਾਂ ਦੇ ਸੈੱਲ ਵਾਲਸ ਦੀ, ਡਾਇਆਟੋਮਸ ਦੀ। ਸੋ ਆਪਾਂ ਉਸ ਚੀਜ਼ ਨੂੰ ਬੋਲਦੇ ਹਾਂ ਡਾਇਟੋਮੇਸ਼ੀਅਸ ਅਰਥ, ਜੋ ਕਿ ਇੱਕ ਵਾਈਟ ਕਲਰ ਦਾ ਪਾਊਡਰ ਹੁੰਦਾ, ਉਹ ਯੂਜ਼ ਵੀ ਕਰਦੇ ਆ ਲੋਕ। ਕਲੀਅਰ। ਨੈਕਸਟ ਇਜ਼ ਰੈਡ ਟਾਈਡਸ ਆਰ ਮੇਨਲੀ ਕਾਜ਼ਡ ਬਾਈ। ਹਾਂਜੀ, ਪਿਕਚਰ 'ਚ ਤੁਸੀਂ ਦੇਖ ਸਕਦੇ ਹੋ ਰੈਡ ਟਾਈਡਸ। ਤਾਂ ਇਹ ਕੋਈ ਉਹ ਵਾਲੀ ਟਾਈਡ ਨਹੀਂ ਹੈ ਜਿਹੜੀ SST ਵਿੱਚ ਪੜ੍ਹਦੇ ਹਾਂ ਆਪਾਂ ਬਸ ਕਲਰ ਤੋਂ ਦੱਸਣਾ ਕਿ ਰੈੱਡ ਕਲਰ ਦੀਆਂ ਟਾਈਡਸ ਕਿਉਂ ਹੁੰਦੀਆਂ ਸਮੁੰਦਰ ਦੇ ਵਿੱਚ। ਸੋ ਇਹ ਹੁੰਦਾ ਡਿਊ ਟੂ ਇੱਕ ਪ੍ਰੋਟਿਸਟਾ ਹੁੰਦਾ ਜਿਹੜਾ ਪੂਰੇ ਸਮੁੰਦਰ ਉੱਤੇ ਗਰੋ ਕਰ ਜਾਂਦਾ, ਉਹ ਹੈਗਾ ਡਾਇਨੋਫਲੈਜੇਲੇਟ। ਠੀਕ ਹੈ, ਡਾਇਨੋਫਲੈਜੇਲੇਟ ਮੀਨਸ ਜਿਹਦੀਆਂ ਦੋ ਫਲੈਜਲਾ ਹੁੰਦੀਆਂ। ਸੋ ਕਿਹੜਾ ਡਾਇਨੋਫਲੈਜੇਲੇਟ ਹੈ ਜਿਹੜਾ ਰੈਡ ਟਾਈਡਸ ਬਣਾਉਂਦਾ, ਉਹ ਹੈ ਗੋਨੀਓਲਕਸ। ਯਾਦ ਰੱਖਣਾ ਆਪਾਂ, MCQs 'ਚ ਇਹ ਵੀ ਆ ਸਕਦਾ ਹੈ। ਗੋਨੀਓਲਕਸ ਇਹ ਨੇਮ ਹੈ ਡਾਇਨੋਫਲੈਜੇਲੇਟ ਦਾ, ਜੋ ਕਿ ਰੈਡ ਟਾਈਡਸ ਲਈ ਰਿਸਪੋਂਸੀਬਲ ਹੈ। ਨੈਕਸਟ, the dikaryotic phase means n+n is most prolonged in। ਤਾਂ dikaryotic phase ਕੀ ਹੁੰਦਾ, ਡਾਈ ਦਾ ਮਤਲਬ ਹੁੰਦਾ ਦੋ ਐਂਡ ਕੈਰੀਓ ਦਾ ਮਤਲਬ ਹੁੰਦਾ ਨਿਊਕਲੀਅਸ। ਠੀਕ ਹੈ, ਸੋ ਦੋ ਨਿਊਕਲੀਅਸ ਇਕੱਠੇ ਪਏ ਆ ਮੀਨਸ ਇੱਕ ਸਟਰਕਚਰ ਦੇ ਵਿੱਚ, ਤਾਂ ਉਹ ਇੱਕ ਡਾਇਕੈਰੀਓਟਿਕ ਫੇਸ ਹੋਏਗਾ। ਮੀਨਸ n+n, ਇੱਕ n ਇੱਕ ਸਾਈਡ ਤੋਂ ਆਇਆ, ਦੂਸਰਾ n ਮੀਨਸ ਨਿਊਕਲੀਅਸ ਦੂਸਰੀ ਫੰਜਾਈ ਤੋਂ ਆਇਆ। ਸੋ ਇਹ ਕਿਹੜੀ ਕੈਟੇਗਰੀ 'ਚ ਆਉਂਦਾ, ਫਾਈਕੋਮਾਈਸਟਿਸ, ਐਸਕੋਮਾਈਸਟਿਸ, ਬੈਸੀਡੀਓਮਾਈਸਟਿਸ ਐਂਡ ਡਿਊਟੀਰੋਮਾਈਸਟਿਸ। ਕਿਹਦੇ ਵਿੱਚ ਆਏਗਾ, ਮਤਲਬ ਕੁਐਸਚਨ ਹੈ ਕਿ ਪ੍ਰੋਲੋਂਗਡ ਕਿਹਦੇ ਵਿੱਚ ਹੁੰਦਾ ਤਾਂ ਹੈ ਹੀ ਹੈ ਫੰਜਾਈ ਦੇ ਵਿੱਚ, ਬਟ ਪ੍ਰੋਲੋਂਗਡ ਪੁੱਛਿਆ ਇਹਨਾਂ ਨੇ ਕਿ ਜ਼ਿਆਦਾ ਟਾਈਮ ਤੱਕ ਇਹ ਵਾਲਾ ਫੇਸ ਕਿਹਦੇ ਵਿੱਚ ਰਹਿੰਦਾ। ਆਪਾਂ ਪਿਕਚਰ ਦੇਖਦੇ ਹਾਂ ਪਹਿਲਾਂ ਕਿ ਡਾਇਕੈਰੀਓਟਿਕ ਫੇਸ ਹੁੰਦਾ ਕੀ ਹੈ। ਸੋ ਇਹਦੇ ਵਿੱਚ ਕੀ ਦੇਖੋ, ਸਟ੍ਰੇਨ 1+ ਐਂਡ ਸਟ੍ਰੇਨ 2-। ਇਹ ਵੈਸੇ ਹੀ ਜਸਟ ਰਿਪਰੈਜ਼ੈਂਟ ਕੀਤਾ ਹੋਇਆ, ਦੇਖੋ ਇੱਕ ਬਲੈਕ ਕਲਰ ਹੈ, ਇੱਕ ਗ੍ਰੇ ਕਲਰ ਹੈ। ਜਸਟ ਇਹ ਸ਼ੋ ਕਰਨਾ ਹੈ ਕਿ ਦੋ ਡਿਫਰੈਂਟ ਸਟ੍ਰੇਨਸ ਹੈ ਫੰਜਾਈ ਦੇ। ਸੋ ਜਦੋਂ ਉਹਨਾਂ ਦੀ ਪਲਾਜ਼ਮੋਗੈਮੀ ਹੁੰਦੀ ਹੈ, ਮੀਨਸ ਉਹਨਾਂ ਦੇ ਪਲਾਜ਼ਮਾ ਯਾਨੀ ਕਿ ਜੋ ਸਾਈਟੋਪਲਾਜ਼ਮ ਹੁੰਦਾ ਉਹ ਫਿਊਜ਼ ਕਰਦਾ ਜਦੋਂ, ਤਾਂ ਆਪਾਂ ਉਹਨੂੰ ਬੋਲਦੇ ਹਾਂ ਪਲਾਜ਼ਮੋਗੈਮੀ। ਓਕੇ, ਫਿਊਜ਼ਨ ਆਫ ਸਾਈਟੋਪਲਾਜ਼ਮ। ਸੋ ਦੇਖੋ ਇਹਦੇ ਵਿੱਚ ਉਹਨਾਂ ਦੇ ਸਿਰਫ ਸਾਈਟੋਪਲਾਜ਼ਮ ਫਿਊਜ਼ ਕੀਤੇ ਆ, ਨਿਊਕਲੀਅਸ ਹਾਲੇ ਤੱਕ ਨਹੀਂ ਕੀਤੇ ਫਿਊਜ਼। ਸੋ ਬਾਅਦ ਦੇ ਵਿੱਚ ਨਿਊਕਲੀਅਸ ਵੀ ਫਿਊਜ਼ ਕਰ ਜਾਂਦੇ ਆ। ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਕੈਰੀਓਗੈਮੀ। ਬਟ ਜਿਹੜਾ ਇਹ ਵਾਲਾ ਫੇਸ ਬਣਿਆ ਹੋਇਆ ਹੈ ਇਹ ਪਲਾਜ਼ਮੋਗੈਮੀ ਹੈ। ਫਿਰ ਇਹ 'ਚ ਦੇਖੋ ਡਾਇਕੈਰੀਓਨ ਸਟੇਜ, ਦੇਖੋ ਨਿਊਕਲੀਅਸ ਹਾਲੇ ਤੱਕ ਫਿਊਜ਼ ਨਹੀਂ ਕੀਤੇ ਤਾਂ ਉਹ ਹੁੰਦਾ ਡਾਇਕੈਰੀਓਟਿਕ ਸਟੇਜ, ਡਾਇਕੈਰੀਓਟਿਕ ਸੈਲਸ। ਠੀਕ ਹੈ, ਸੋ ਉਹ ਵਾਲਾ ਫੇਸ ਜਿਹਦੇ ਵਿੱਚ ਸਿਰਫ ਪਲਾਜ਼ਮਾ ਫਿਊਜ਼ ਕੀਤੇ ਹੋਏ ਆ, ਪਲਾਜ਼ਮੋਗੈਮੀ ਹੋਈ ਹੋਈ ਹੈ, ਡਾਇਕੈਰੀਓਨ ਬਣ ਗਿਆ, ਬਟ ਨਿਊਕਲੀਅਸ ਹਾਲੇ ਤੱਕ ਫਿਊਜ਼ ਨਹੀਂ ਕੀਤੇ, ਮੀਨਸ ਕੈਰੀਓਗੈਮੀ ਹਾਲੇ ਨਹੀਂ ਹੋਈ। ਸੋ ਪਲਾਜ਼ਮੋਗੈਮੀ ਵਿਦਾਊਟ ਕੈਰੀਓਗੈਮੀ ਹੁੰਦੀ ਹੈ ਜਦੋਂ ਡਾਇਕੈਰੀਓਨ ਸਟੇਜ ਬਣ ਜਾਂਦੀ ਹੈ। ਐਂਡ ਇਹ ਪ੍ਰੋਲੋਂਗਡ ਕਿਹਦੇ 'ਚ ਹੁੰਦੀ ਹੈ, ਇਹ ਹੁੰਦੀ ਹੈ ਆਪਸ਼ਨ ਸੀ ਬੈਸੀਡੀਓਮਾਈਸਟਿਸ ਦੇ ਵਿੱਚ। ਠੀਕ ਹੈ, ਬੈਸੀਡੀਓਮਾਈਸਟਿਸ ਦੇ ਵਿੱਚ ਡਾਇਕੈਰੀਓਟਿਕ ਸਟੇਜ ਜ਼ਿਆਦਾ ਦੇਰ ਤੱਕ ਰਹਿੰਦੀ ਹੈ। Next, a fungal hypha lacking septa is termed। ਫੰਗਲ ਹਾਈਫਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੁੰਦਾ ਹੈ। ਦੇਖੋ ਕੋਈ ਵੀ ਫੰਜਾਈ ਹੈ ਨਾ, ਉਹ ਕਿਸੇ ਚੀਜ਼ ਉੱਤੇ ਗਰੋ ਕਰੇਗੀ, ਹੈ ਨਾ, ਤਾਂ ਉਹਦਾ ਉਹ ਵਾਲਾ ਪਾਰਟ ਜੋ ਕਿ ਸਬਸਟ੍ਰੇਟਮ ਦੇ ਅੰਦਰ ਹੈ, ਮੀਨਸ ਜਿਸ ਚੀਜ਼ ਉੱਤੇ ਉਹ ਗਰੋ ਕਰ ਰਹੀ ਹੈ ਉਹਦਾ ਉਹ ਵਾਲਾ ਪਾਰਟ ਜੋ ਸਬਸਟ੍ਰੇਟਮ ਦੇ ਅੰਦਰ ਗਰੋ ਕੀਤਾ ਹੋਇਆ ਹੈ, ਜਿਹਦੇ ਥਰੂ ਉਹ ਨਿਊਟ੍ਰੀਸ਼ਨ ਲੈ ਰਹੀ ਹੈ ਉਸ ਸਬਸਟ੍ਰੇਟਮ ਤੋਂ, ਤਾਂ ਉਹ ਜੋ ਸਟਰਕਚਰ ਹੁੰਦੇ ਹੈ ਸਬਸਟ੍ਰੇਟਮ ਦੇ ਅੰਦਰ ਫੰਜਾਈ ਦੇ, ਉਸਨੂੰ ਆਪਾਂ ਬੋਲਦੇ ਹਾਂ ਹਾਈਫੇ।
ਠੀਕ ਹੈ। ਹੁਣ ਇਹ ਹਾਈਫਨ ਅਗਰ ਆਪਾਂ ਹੋਰ ਜ਼ੂਮ ਕਰਕੇ ਦੇਖੀਏ ਤਾਂ ਉਹਦੇ ਵਿੱਚ ਆਪਾਂ ਦੇਖਣਾ ਹੁੰਦਾ ਕਿ ਨਿਊਕਲੀਅਸ ਹੁੰਦੇ ਆ। ਪਿਕਚਰ ਦੇਖਦੇ ਹਾਂ ਆਪਾਂ ਇਹਦੀ। ਹਾਂਜੀ, ਸੋ ਇਹ ਹਾਈਫਨ ਹੋਰ ਜ਼ੂਮ ਕਰਕੇ ਦਿਖਾਇਆ ਹੋਇਆ ਹੈ। ਤਾਂ ਫਸਟ ਪਿਕਚਰ 'ਚ ਤੁਸੀਂ ਦੇਖ ਸਕਦੇ ਹੋ ਲਾਈਨਸ ਪਈਆਂ ਹੋਈਆਂ ਹੈ ਨਾ, ਇਹਨੂੰ ਬੋਲਦੇ ਆਪਾਂ ਸੈਪਟਾ। ਸੋ ਸੈਪਟਾ ਬਣੇ ਹੋਏ ਆ, ਉਹਦੇ ਵਿੱਚ ਨਿਊਕਲੀਅਸ ਪਿਆ ਹਰ ਇੱਕ ਸੈੱਲ ਦੇ ਵਿੱਚ। ਇੱਦਾਂ ਹੀ ਇਹਦੇ ਵਿੱਚ ਜੋ ਨਿਊਕਲੀਅਸ ਪਏ ਹੋਏ ਆ ਬਸ, ਬਟ ਵਿੱਚ ਲਾਈਨਸ ਨਹੀਂ ਹੈਗੀਆਂ। ਸੋ ਜਿਹਦੇ ਵਿੱਚ ਸੈਪਟਾ ਨਹੀਂ ਹੁੰਦੇ ਉਹਨੂੰ ਆਪਾਂ ਕੀ ਬੋਲਦੇ ਹਾਂ, ਕੋਇਨੋਸਿਟਿਕ। ਜਿਹਦੇ ਵਿੱਚ ਸੈਪਟਾ ਪ੍ਰੈਜ਼ੈਂਟ ਹੁੰਦੇ ਉਹਨੂੰ ਆਪਾਂ ਬੋਲਦੇ ਹਾਂ ਸੈਪਟੇਟ। ਸੋ ਇਹਦਾ ਆਂਸਰ ਦੇਖੋ, ਅ ਫੰਗਲ ਹਾਈਫਾ ਲੈਕਿੰਗ ਸੈਪਟਾ। ਲੈਕਿੰਗ ਮਤਲਬ ਸੈਪਟਾ ਨਹੀਂ ਹੈ, ਸੋ ਕਿਹਦੇ ਵਿੱਚ ਨਹੀਂ ਹੁੰਦਾ ਸੈਪਟਾ, ਉਸ ਚੀਜ਼ ਨੂੰ ਆਪਾਂ ਕੀ ਬੋਲਦੇ ਹਾਂ, ਆਪਸ਼ਨ ਏ ਕੋਇਨੋਸਿਟਿਕ। ਓਕੇ, ਸੋ ਆਪਸ਼ਨ ਏ ਇਜ਼ ਕਰੈਕਟ। ਨੈਕਸਟ, which of the following is a connecting link between plant and animal kingdom? So plant ਤੇ animal kingdom ਦੇ ਵਿੱਚ connecting link ਕਿਹੜਾ ਹੈ? ਵੈਸੇ ਤਾਂ ਜੋ plant ਤੇ animal kingdom ਹੈ ਉਹ 4th kingdom ਤੇ 5th kingdom 'ਚ ਆਪਾਂ ਕਰਾਂਗੇ ਸਟੱਡੀ, ਬਟ ਕਨੈਕਟਿੰਗ ਲਿੰਕ ਜੋ ਹੈ ਨਾ ਉਹ ਫਸਟ 3 kingdoms 'ਚੋਂ ਹੀ ਹੈ ਕੋਈ। ਤਾਂ ਕੌਣ ਕਨੈਕਟ ਕਰਦਾ ਹੈ ਦੋਨੋਂ plant ਤੇ animal kingdom ਨੂੰ? ਕਨੈਕਟਿੰਗ ਲਿੰਕ ਦਾ ਮਤਲਬ ਜਿਹਦੇ ਵਿੱਚ ਦੋਨਾਂ ਦੇ ਹੀ ਫੀਚਰਸ ਹੈ, ਪਲਾਂਟ ਦੇ ਵੀ ਕੁਝ ਫੀਚਰਸ ਹੋਣਗੇ ਤੇ ਐਨੀਮਲ ਦੇ ਵੀ ਕੁਝ ਫੀਚਰਸ ਹੋਣਗੇ। ਸੋ ਇਹਦਾ ਆਂਸਰ ਕੀ ਆਏਗਾ ਦੇਖੋ, ਯੂਗਲੀਨਾ, ਮਾਈਕੋਪਲਾਜ਼ਮਾ, ਸਾਈਨੋਬੈਕਟੀਰੀਆ ਜਾਂ ਕਲਾਮਾਈਡੋਮੋਨਾਸ। ਸੋ ਇਹਦਾ ਆਂਸਰ ਆਏਗਾ ਆਪਸ਼ਨ ਏ, ਯੂਗਲੀਨਾ। ਠੀਕ ਹੈ, ਜੋ ਯੂਗਲੀਨਾ ਹੈ ਨਾ ਉਹਦੇ ਵਿੱਚ ਪਲਾਂਟ ਵਰਗੇ ਵੀ ਫੀਚਰ ਹੈ, ਜਿਵੇਂ ਕਿ ਇਹਦੇ ਕੋਲੇ ਕਲੋਰੋਫਿਲ ਹੈ ਨਾ, ਕਲੋਰੋਫਿਲ ਦੇ ਕਰਕੇ ਇਹ ਫੋਟੋਸਿੰਥੇਸਿਸ ਕਰ ਸਕਦਾ ਹੈ। ਤਾਂ ਫੋਟੋਸਿੰਥੇਸਿਸ ਪਲਾਂਟਸ ਕਰਦੇ ਆ ਹੈ ਨਾ, ਪ੍ਰੋਟਿਸਟਾ ਤਾਂ ਨਹੀਂ ਕਰਦੇ। ਯੂਗਲੀਨਾ ਬਿਲੋਂਗ ਕਰਦਾ ਪ੍ਰੋਟਿਸਟਾ ਦੀ ਕੈਟੇਗਰੀ ਨੂੰ। ਤਾਂ ਇਹ ਤਾਂ ਹੀ ਇੱਕ ਐਕਸੈਪਸ਼ਨ ਹੈ ਕਿ ਇਹ ਪਲਾਂਟਸ ਵਰਗਾ ਵੀ ਇਹਦੇ ਵਿੱਚ ਇੱਕ ਫੀਚਰ ਹੈ ਕਿ ਇਹ ਫੋਟੋਸਿੰਥੇਸਿਸ ਕਰਦਾ ਹੈ ਬਿਕੋਜ਼ ਆਫ ਪ੍ਰੈਜ਼ੈਂਸ ਆਫ ਕਲੋਰੋਫਿਲ। ਐਨੀਮਲ ਵਾਲਾ ਇਹਦੇ ਵਿੱਚ ਫੀਚਰ ਹੈ ਕਿ ਇਹਦੀ ਜੋ ਸੈਲ ਵਾਲ ਹੈ ਉਹ ਸੈਲੂਲੋਸ ਦੀ ਨਹੀਂ ਬਣੀ ਹੋਈ, ਠੀਕ ਹੈ, ਉਹ ਪੈਲੀਕਲ ਦੀ ਬਣੀ ਹੋਈ ਹੈ। ਤੇ ਮੇਨ ਜੋ ਫੀਚਰ ਇਹਦਾ ਹੈਗਾ ਕਿ ਇਹ ਮੋਟਾਈਲ ਮੀਨਸ ਹੁੰਦਾ ਹੈ ਮੂਵ ਕਰ ਸਕਦਾ, ਠੀਕ ਹੈ, ਬਿਕੋਜ਼ ਇਹਦੇ ਫਲੈਜਲਾ ਹੁੰਦੇ ਆ, 2 ਫਲੈਜਲਾ ਹੁੰਦੇ ਆ ਇਹਦੇ, ਇੱਕ ਲੌਂਗ ਤੇ ਇੱਕ ਸ਼ਾਰਟ। ਸੋ ਡਿਊ ਟੂ ਫਲੈਜਲਾ ਇਹ ਮੂਵ ਕਰ ਸਕਦਾ ਹੈ, ਮੋਟਾਈਲ ਹੈ, ਐਨੀਮਲਸ ਵੀ ਮੂਵ ਕਰ ਸਕਦੇ ਆ ਤੇ ਇਹ ਵੀ ਮੂਵ ਕਰ ਸਕਦਾ ਹੈ। ਐਂਡ ਦੂਜੀ ਗੱਲ, ਅਗਰ ਇਹਦੇ ਕੋਲ ਸਨਲਾਈਟ ਅਵੇਲੇਬਲ ਨਹੀਂ ਹੈ ਤਾਂ ਇਹ ਹੈਟਰੋਟ੍ਰੋਫਿਕ ਮੋਡ ਵੀ ਸ਼ੋ ਕਰ ਸਕਦਾ ਹੈ। ਓਕੇ, ਸੋ ਸਨਲਾਈਟ ਅਵੇਲੇਬਲ ਨਹੀਂ ਹੈ ਤਾਂ ਫੋਟੋਸਿੰਥੇਸਿਸ ਨਹੀਂ ਹੋਏਗੀ ਤਾਂ ਇਹ ਮਰ ਨਹੀਂ ਜਾਏਗਾ। ਇਹ ਹੈਟਰੋਟ੍ਰੋਫਿਕ ਮੋਡ ਆਫ ਨਿਊਟ੍ਰੀਸ਼ਨ ਮਤਲਬ ਕਿਸੇ ਹੋਰ ਚੀਜ਼ ਤੋਂ ਫੂਡ ਡਿਰਾਈਵ ਕਰ ਸਕਦਾ ਹੈ। ਸੋ ਇਟ ਇਜ਼ ਅ ਕਨੈਕਟਿੰਗ ਲਿੰਕ ਬਿਟਵੀਨ ਪਲਾਂਟ ਐਂਡ ਐਨੀਮਲ ਕਿੰਗਡਮ। Next, which one of the following belongs to Monera according to the 5 kingdom classification? ਹਾਂਜੀ, Nostoc, Chlamydomonas, Saccharomyces and Amoeba। ਦੇਖੋ ਜੋ ਅਮੀਬਾ ਆਪਾਂ ਹੁਣੇ ਪੜਿਆ ਉਹ ਤਾਂ ਕਿਹਦੀ ਕੈਟੇਗਰੀ 'ਚ ਆਉਂਦਾ, ਉਹ ਆਉਂਦਾ ਪ੍ਰੋਟਿਸਟਾ ਦੀ ਕੈਟੇਗਰੀ 'ਚ, ਠੀਕ ਹੈ। ਐਂਡ ਜੋ ਸੈਕਰੋਮਾਈਸਿਸ ਹੈ ਉਹ ਕੀ ਹੈ, ਇੱਕ ਫੰਜਾਈ ਹੈ, ਰਾਈਟ। ਐਂਡ ਕਲਾਮਾਈਡੋਮੋਨਾਸ ਇੱਕ ਐਲਗੀ ਹੈ। ਸੋ ਆਪਸ਼ਨ ਕਿਹੜਾ ਬਚਿਆ, ਨੋਸਟੋਕ, ਠੀਕ ਹੈ। ਨੋਸਟੋਕ ਜੋ ਹੋਇਆ ਆਪਾਂ ਪੜਿਆ ਬਲੂ ਗ੍ਰੀਨ ਐਲਗੀ ਹੁੰਦੀ ਹੈ, ਸਾਈਨੋਬੈਕਟੀਰੀਆ, ਰਾਈਟ। ਸੋ ਨੋਸਟੋਕ ਜੋ ਹੈ ਉਹ ਮੋਨਰਾ ਕਿੰਗਡਮ ਨੂੰ ਬਿਲੋਂਗ ਕਰਦਾ। ਨੈਕਸਟ ਜੋ ਕੁਐਸਚਨ ਹੈ ਉਹ ਤੁਹਾਡੇ ਲਈ ਹੈ, ਵਿਚ ਵਨ ਰਿਪਰੈਜ਼ੈਂਟਸ ਦਾ ਕਰੈਕਟ ਐਵੋਲਿਊਸ਼ਨਰੀ ਸੀਕੁਐਂਸ। ਹਾਂਜੀ, ਇਹਦਾ ਆਂਸਰ ਤੁਸੀਂ ਮੈਨੂੰ ਕਮੈਂਟਸ 'ਚ ਦੇਣਾ, ਠੀਕ ਹੈ, ਈਜ਼ੀ ਹੈ, ਕੋਈ ਔਖਾ ਨਹੀਂ ਹੈ। ਨੈਕਸਟ, ਵਿਚ ਫੰਗਲ ਸਟਰਕਚਰ ਇਜ਼ ਪ੍ਰੋਡਿਊਸਡ ਆਫਟਰ ਪਲਾਜ਼ਮੋਗੈਮੀ ਬਟ ਬਿਫੋਰ ਕੈਰੀਓਗੈਮੀ। ਹੁਣੇ ਕੀਤਾ ਆਪਾਂ, ਸੋ ਦੱਸੋ ਮੈਨੂੰ ਇਹਦਾ ਆਪਸ਼ਨ, ਤੁਸੀਂ ਕਮੈਂਟਸ 'ਚ ਮੈਨੂੰ ਇਹਦਾ ਆਂਸਰ ਦੇਣਾ। ਐਂਡ ਦੂਜੀ ਗੱਲ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਰੋਜ਼ ਆਪਾਂ ਨਿਊ MCQs ਕਰ ਰਹੇ ਹਾਂ, ਸੋ ਮਿਸ ਨਹੀਂ ਹੋਣੇ ਚਾਹੀਦੇ ਕਿਸੇ ਦੇ। ਬਹੁਤ ਸਾਰੇ ਕੰਸੈਪਟਸ ਆਪਾਂ ਨੂੰ ਰੋਜ਼ ਨਿਊ ਪਤਾ ਲੱਗ ਰਹੇ ਆ, ਸੋ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ, ਉਹਨਾਂ ਦਾ ਵੀ ਭਲਾ ਕਰਨਾ, ਤੁਸੀਂ ਉਹਨਾਂ ਦਾ ਵੀ ਪੇਪਰ ਕਲੀਅਰ ਕਰਾਉਣਾ। ਇਕੱਲੇ ਤੁਸੀਂ ਸਰਕਾਰੀ ਟੀਚਰ ਨਹੀਂ ਲੱਗਣਾ, ਆਪਣੇ ਫਰੈਂਡਸ ਨੂੰ ਵੀ ਨਾਲ ਸਰਕਾਰੀ ਟੀਚਰ ਲਵਾਉਣਾ। ਸੋ ਆਪਣੇ ਕੁਐਸਚਨਸ, ਕੋਈ ਡਾਊਟਸ ਉਹ ਤੁਸੀਂ ਮੈਨੂੰ ਕਮੈਂਟਸ 'ਚ ਪੁੱਛ ਸਕਦੇ ਹੋ। ਥੈਂਕ ਯੂ ਵੈਰੀ ਮਚ।